ਲਾਸਟ ਵੀਡੀਓ ਦੇ ਵਿੱਚ ਬੇਟੇ ਆਪਾਂ ਬਿਊਰੋਕ੍ਰੇਸੀ ਦੀ ਡੈਫੀਨੇਸ਼ਨ, ਮੀਨਿੰਗ ਆਫ ਬਿਊਰੋਕ੍ਰੇਸੀ, ਫੀਚਰਸ ਆਫ ਬਿਊਰੋਕ੍ਰੇਸੀ ਔਰ ਇੰਪੋਰਟੈਂਸ ਆਫ ਬਿਊਰੋਕ੍ਰੇਸੀ ਪੜ੍ਹਿਆ ਸੀ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਨੌਕਰਸ਼ਾਹੀ ਜਾਂ ਲੋਕ ਸੇਵਕਾਂ ਦੀ ਭਰਤੀ, ਰਿਕਰੂਟਮੈਂਟ ਆਫ ਬਿਊਰੋਕ੍ਰੇਸੀ ਔਰ ਪਬਲਿਕ ਸਰਵੈਂਟਸ, ਇਸ ਬਾਰੇ ਪੜ੍ਹਦੇ ਹਾਂ। ਔਰ ਫਿਰ ਪ੍ਰੋਬਲਮਸ ਆਫ ਰਿਕਰੂਟਮੈਂਟ ਵੀ ਇਸ ਦੇ ਨਾਲ ਹੀ ਟੌਪਿਕ ਹੈ। ਤਾਂ ਜਿਵੇਂ ਬੇਟੇ ਆਪਾਂ ਲਾਸਟ ਵੀਡੀਓ ਦੇ ਵਿੱਚ ਦੱਸਿਆ ਵੀ ਸੀ ਕਿ ਜੋ ਅੱਜ ਕੱਲ੍ਹ ਦੀ ਐਡਮਿਨਿਸਟ੍ਰੇਸ਼ਨ ਹੈ, ਪ੍ਰਸ਼ਾਸਨ ਹੈ, ਉਹਨੂੰ ਚਲਾਉਣ ਦੇ ਵਿੱਚ ਨੌਕਰਸ਼ਾਹ ਜਿਹੜੇ ਨੇ, ਬਿਊਰੋਕਰੈਟਸ ਜਿਹੜੇ ਨੇ, ਉਹ ਬੜੀ ਹੀ ਇੱਕ ਇੰਪੋਰਟੈਂਟ ਰੋਲ ਜਿਹੜਾ ਹੈ ਉਹ ਪਲੇ ਕਰਦੇ ਨੇ। ਹੁਣ ਨੌਕਰਸ਼ਾਹੀ ਦੇ ਜਿਹੜੇ ਮੈਂਬਰ ਹੁੰਦੇ ਨੇ, ਉਹਨਾਂ ਦੀ ਯੋਗਤਾ, ਕਾਰਜਕੁਸ਼ਲਤਾ ਤੇ ਨਿਰਪੱਖਤਾ ਕਾਫੀ ਸੀਮਾ ਤੱਕ ਕਿਸ ਚੀਜ਼ 'ਤੇ ਡਿਪੈਂਡ ਕਰਦੀ ਹੈ ਕਿ ਉਹਨਾਂ ਦੀ ਜਿਹੜੀ ਰਿਕਰੂਟਮੈਂਟ ਹੈ ਉਹ ਕਿਸ ਤਰ੍ਹਾਂ ਨਾਲ ਹੋਈ ਹੈ। ਤਾਂ ਸਭ ਤੋਂ ਪਹਿਲੇ ਭਰਤੀ ਦਾ ਅਰਥ ਹੈ ਜਿਹਦੇ 'ਚ ਅਸੈਨਿਕ ਸੇਵਾਵਾਂ ਵਿੱਚ ਖਾਲੀ ਥਾਂ ਭਰਨ ਲਈ ਉਚਿਤ ਅਤੇ ਯੋਗ ਉਮੀਦਵਾਰਾਂ ਨੂੰ ਆਕਰਸ਼ਿਤ ਕਰਨਾ। ਇਹ ਹੁੰਦੀ ਹੈ ਭਰਤੀ, ਯਾਨੀ ਮੀਨਿੰਗ ਆਫ ਰਿਕਰੂਟਮੈਂਟ। ਡਾਕਟਰ SP ਸ਼ਰਮਾ ਕਹਿੰਦੇ ਨੇ, ਭਰਤੀ ਦਾ ਅਰਥ ਕਿਸੇ ਅਹੁਦੇ ਲਈ ਯੋਗ ਅਤੇ ਉਚਿਤ ਉਮੀਦਵਾਰਾਂ ਨੂੰ ਖਾਲੀ ਥਾਵਾਂ ਲਈ ਆਕਰਸ਼ਿਤ ਕਰਨਾ ਹੈ। ਯਾਨੀ ਜਿਹੜੀ ਵੀ ਕਿਸੇ ਬਿਊਰੋਕਰੈਟ ਦੀ ਭਰਤੀ ਜਿਸ ਕੰਮ ਲਈ ਕੀਤੀ ਜਾਣੀ ਹੈ, ਉਸ ਕੰਮ ਲਈ ਜੋ ਯੋਗ ਲੋਕ ਨੇ, ਜੋ ਉਸ ਦੇ ਲਈ ਵਾਕਿਆ ਹੀ ਯੋਗਤਾ ਰੱਖਦੇ ਹੋਣ ਔਰ ਉਚਿਤ ਹੋਣ, ਉਹਨਾਂ ਉਮੀਦਵਾਰਾਂ ਨੂੰ ਉਹ ਖਾਲੀ ਪੋਸਟ ਵਾਸਤੇ ਅਟਰੈਕਟ ਕਰਨਾ, ਬੁਲਾਉਣਾ, ਇਹ ਹੈ ਭਰਤੀ ਦਾ ਅਰਥ, ਯਾਨੀ ਕਿ ਮੀਨਿੰਗ ਆਫ ਰਿਕਰੂਟਮੈਂਟ। ਹੁਣ ਭਰਤੀ ਦੇ ਵਿੱਚ ਕਈ ਸਮੱਸਿਆਵਾਂ ਨੇ। ਜਿਵੇਂ ਵੀ ਭਰਤੀ ਹੁੰਦੀ ਹੈ, ਜਿਹੜੇ ਤਰੀਕਿਆਂ ਨਾਲ ਭਰਤੀ ਹੁੰਦੀ ਹੈ, ਉਹਦੇ ਵਿੱਚ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਉਹਦੇ ਵਿੱਚ ਸਭ ਤੋਂ ਪਹਿਲੇ ਨਿਯੁਕਤੀ ਕਰਨ ਵਾਲੀ ਸੱਤਾ ਦਾ ਸਥਾਨ, ਯਾਨੀ ਲੋਕੇਸ਼ਨ ਆਫ ਅਪੁਆਇੰਟਿੰਗ ਅਥਾਰਟੀ। ਦੂਸਰਾ ਉਹਦੇ ਵਿੱਚ ਹੈ ਭਰਤੀ ਕਰਨ ਦੀਆਂ ਵਿਧੀਆਂ ਕਿਹੜੀਆਂ ਨੇ, ਯਾਨੀ ਮੈਥਡਸ ਆਫ ਰਿਕਰੂਟਮੈਂਟ ਕਿਹੜੇ ਨੇ। ਯੋਗਤਾਵਾਂ, ਕੁਆਲੀਫਿਕੇਸ਼ਨਸ ਕੈਸੀਆਂ ਨੇ। ਯੋਗਤਾਵਾਂ ਦੇ ਨਿਰਧਾਰਨ ਦੀ ਵਿਧੀ ਕਿਹੜੀ ਹੈ, ਮੈਥਡਸ ਆਫ ਡਿਟਰਮਿਨਿੰਗ ਕੁਆਲੀਫਿਕੇਸ਼ਨਸ। ਪੰਜਵਾਂ ਹੈ ਯੋਗਤਾ ਨਿਰਧਾਰਿਤ ਕਰਨ ਵਾਲੀ ਪ੍ਰਸ਼ਾਸਨਿਕ ਮਸ਼ੀਨਰੀ ਕੀ ਹੈ, ਯਾਨੀ ਐਡਮਿਨਿਸਟ੍ਰੇਟਿਵ ਮਸ਼ੀਨਰੀ ਫॉर ਦਾ ਡਿਟਰਮੀਨੇਸ਼ਨ ਆਫ ਕੁਆਲੀਫਿਕੇਸ਼ਨਸ। ਇਹ ਜਿਹੜੀਆਂ ਨੇ ਇਹ ਸਮੱਸਿਆਵਾਂ ਨੇ। ਹੁਣ ਆਪਾਂ ਇੱਕ ਇੱਕ ਕਰਕੇ ਇਹਨਾਂ ਸਾਰਿਆਂ ਦੀ ਡਿਟੇਲ ਜਿਹੜੀ ਹੈ ਉਹ ਪੜਾਂਗੇ। ਸਭ ਤੋਂ ਪਹਿਲਾਂ ਹੈ ਨਿਯੁਕਤੀ ਕਰਨ ਵਾਲੀ ਸੱਤਾ ਦਾ ਸਥਾਨ, ਯਾਨੀ ਲੋਕੇਸ਼ਨ ਆਫ ਅਪੁਆਇੰਟਿੰਗ ਅਥਾਰਟੀ। ਭਰਤੀ ਦਾ ਸੰਬੰਧ ਵਿੱਚ ਸਭ ਤੋਂ ਪਹਿਲੀ ਸਮੱਸਿਆ ਹੈ ਨਿਯੁਕਤੀ ਕਰਨ ਦਾ ਅਧਿਕਾਰ ਕਿਸ ਨੂੰ ਪ੍ਰਾਪਤ ਹੋਣਾ ਚਾਹੀਦਾ ਹੈ, ਯਾਨੀ ਕੌਣ ਕਰੇ ਇਹ ਰਿਕਰੂਟਮੈਂਟ ਜਿਹੜੀ ਹੈ, ਜਿਹੜੀਆਂ ਭਰਤੀਆਂ ਨੇ ਬਿਊਰੋਕਰੈਟਸ ਦੀਆਂ, ਇਹ ਕੌਣ ਕਰੇ। ਇਹਦੇ ਵਿੱਚ ਅਲੱਗ-ਅਲੱਗ ਜਿਹੜੇ ਤਿੰਨ ਅਲੱਗ-ਅਲੱਗ ਵਿਚਾਰ ਨੇ। ਸਭ ਤੋਂ ਪਹਿਲੇ ਹੈ ਭਰਤੀ ਦਾ ਅਧਿਕਾਰ ਜਨਤਾ ਕੋਲ ਹੋਣਾ ਚਾਹੀਦਾ ਹੈ, ਕਿਉਂਕਿ ਅੱਜ ਕੱਲ੍ਹ ਡੈਮੋਕ੍ਰੇਸੀ ਦਾ ਜ਼ਮਾਨਾ ਹੈ। ਆਪਾਂ ਕਹਿੰਦੇ ਹਾਂ ਲੋਕਾਂ 'ਤੇ ਰਾਜ ਹੋ ਰਿਹਾ ਹੈ, ਲੋਕ ਹੀ ਕਰ ਰਹੇ ਹਨ ਔਰ ਲੋਕਾਂ ਦੇ ਲਈ ਇਹ ਰਾਜ ਹੈ। ਤਾਂ ਜਿਹੜੇ ਇਹ ਬਿਊਰੋਕਰੈਟਸ ਨੇ, ਇਹ ਵੀ ਲੋਕਾਂ ਦੇ ਲਈ ਹੁੰਦੇ ਨੇ। ਤਾਂ ਇਹਨਾਂ ਦੀ ਜਿਹੜੀ ਭਰਤੀ ਹੈ ਉਸ ਨੂੰ ਕਰਨ ਦਾ ਅਧਿਕਾਰ ਜਿਹੜਾ ਹੈ ਉਹ ਸਿੱਧਾ ਲੋਕਾਂ ਕੋਲੇ ਹੋਣਾ ਚਾਹੀਦਾ ਹੈ। ਆਧੁਨਿਕ ਕਾਲ ਵਿੱਚ ਇਸ ਵਿਧੀ ਦੀ ਪ੍ਰਯੋਗ ਕੇਵਲ ਨੀਤੀ ਨਿਰਧਾਰਿਤ ਕਰਨ ਵਾਲੇ ਉੱਚ ਅਧਿਕਾਰੀਆਂ ਦੀ ਨਿਯੁਕਤੀ ਲਈ ਕੀਤਾ ਜਾਂਦਾ ਹੈ, ਜਿਵੇਂ ਕਾਰਜਪਾਲਿਕਾ ਦੇ ਅਧਿਕਾਰੀ। ਹੁਣ ਜਿਹੜੀ ਪੋਲੀਟੀਕਲ ਕਾਰਜਪਾਲਿਕਾ ਹੈ ਸਾਡੀ, ਉਹਦੀ ਨਿਯੁਕਤੀ ਉਹਨਾਂ ਅਧਿਕਾਰੀਆਂ ਦੀ ਕੌਣ ਕਰਦਾ ਹੈ, ਯਾਨੀ ਲੀਡਰਾਂ ਦੀ ਵੋਟਾਂ ਪੈਂਦੀਆਂ ਨੇ ਔਰ ਉਹਨਾਂ ਦੀ ਚੋਣ ਜਿਹੜੀ ਹੈ ਉਹ ਆਮ ਪਬਲਿਕ ਜਿਹੜੀ ਹੈ ਉਹ ਆਪਾਂ ਲੋਕ ਵੋਟ ਪਾ ਕੇ ਕਰਦੇ ਹਾਂ। ਪ੍ਰਸ਼ਾਸਨਿਕ ਵਿਭਾਗਾਂ ਵਿੱਚ ਕਾਰਜ ਕਰਨ ਵਾਲੇ ਲੱਖਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਨਿਯੁਕਤੀ ਦੇ ਸੰਬੰਧ ਵਿੱਚ ਇਹ ਵਿਧੀ ਨਹੀਂ ਅਪਣਾਈ ਜਾ ਸਕਦੀ, ਕਿਉਂਕਿ ਜਿਹੜੇ ਇਹ ਲੱਖਾਂ ਦੀ ਗਿਣਤੀ ਵਿੱਚ ਜਿਹੜੇ ਅਧਿਕਾਰੀ ਹੁਣ ਕੰਮ ਕਰਦੇ ਨੇ, ਅਗਰ ਇਹਨਾਂ ਦੀ ਨਿਯੁਕਤੀ ਵੀ ਆਮ ਪਬਲਿਕ ਦੇ ਹੱਥ ਵਿੱਚ ਦੇ ਦਿਆਂਗੇ ਤਾਂ ਉਹ ਕਿਵੇਂ ਪੋਸੀਬਲ ਹੈ। ਉਹਨਾਂ ਦੀ ਨਿਯੁਕਤੀ ਕਰਨਾ, ਉਹਨਾਂ ਦੀ ਕੁਆਲੀਫਿਕੇਸ਼ਨ ਸੈੱਟ ਕਰਨਾ, ਉਹਨਾਂ ਨੂੰ ਛਾਂਟਣਾ ਬੜਾ ਮੁਸ਼ਕਲ ਹੈ। ਇਸ ਕਰਕੇ ਭਰਤੀ ਦਾ ਅਧਿਕਾਰ ਸਿੱਧਾ ਜਨਤਾ ਕੋਲੇ ਜਿਹੜਾ ਹੈ ਉਹ ਇੱਕ ਵਿਚਾਰ ਤਾਂ ਹੈ, ਲੇਕਿਨ ਹਜ਼ਾਰਾਂ ਲੱਖਾਂ ਜੋ ਬਿਊਰੋਕਰੈਟਸ ਨੇ ਉਹਨਾਂ ਦੀ ਭਰਤੀ ਜਿਹੜੀ ਹੈ ਉਹ ਇੰਨੀ ਆਸਾਨ ਨਹੀਂ। ਉਹ ਅਧਿਕਾਰ ਜਨਤਾ ਕੋਲੇ ਦਿੱਤਾ ਜਾਣਾ ਠੀਕ ਨਹੀਂ ਹੈ। ਇਸ ਦੇ ਵਿੱਚ ਜਿਹੜਾ ਦੂਸਰਾ ਵਿਚਾਰ ਹੈ ਉਹ ਹੈ ਭਰਤੀ ਦਾ ਅਧਿਕਾਰ ਸੱਤਾਧਾਰੀ ਦਲ ਨੂੰ ਪ੍ਰਾਪਤ ਹੋਣਾ ਚਾਹੀਦਾ ਹੈ, ਯਾਨੀ ਜਿਸ ਪਾਰਟੀ ਦੀ ਸਰਕਾਰ ਹੈ ਉਹੀ ਜਿਹੜੀ ਹੈ ਉਹ ਰਿਕਰੂਟਮੈਂਟਸ ਕਰੇ। ਜਿਵੇਂ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਕੁਛ ਹੁੰਦਾ ਹੈ, ਇਹਨੂੰ ਇਨਾਮੀ ਪ੍ਰਣਾਲੀ, ਯਾਨੀ ਕਿ ਸਪੋਇਲਡ ਸਿਸਟਮ ਜਿਹੜਾ ਹੈ ਉਹ ਉਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਪਰ ਇਹ ਵਿਧੀ ਠੀਕ ਨਹੀਂ ਸਮਝੀ ਜਾਂਦੀ, ਕਿਉਂਕਿ ਇੱਕ ਤਾਂ ਲੋਕ ਸੇਵਾਵਾਂ ਦਾ ਰਾਜਨੀਤੀਕਰਨ ਹੋ ਜਾਂਦਾ ਹੈ।
ਪ੍ਰਸ਼ਾਸਨਿਕ ਅਧਿਕਾਰੀ ਸਦਾ ਆਪਣੇ ਰਾਜਨੀਤਿਕ ਸਵਾਮੀ ਜਿਹੜੇ ਉਹਨਾਂ ਦੇ ਆਕਾ ਹੁੰਦੇ ਨੇ ਉਹਨਾਂ ਨੂੰ ਖੁਸ਼ ਕਰਨ 'ਚ ਲੱਗੇ ਰਹਿੰਦੇ ਨੇ। ਔਰ ਦੂਸਰਾ, ਸੱਤਾਧਾਰੀ ਦਲ ਜਦੋਂ ਬਦਲ ਜਾਂਦਾ ਹੈ, ਯਾਨੀ ਜਦੋਂ ਵੋਟਾਂ ਪੈਂਦੀਆਂ ਨੇ, ਦੂਸਰੀ ਸਰਕਾਰ ਅਗਰ ਪਾਰਟੀ ਦੀ ਬਣ ਜਾਏ ਤਾਂ ਨਤੀਜੇ ਵਜੋਂ ਪ੍ਰਸ਼ਾਸਨ ਵਿੱਚ ਅਸਥਿਰਤਾ ਕਾਇਮ ਹੋ ਜਾਂਦੀ ਹੈ, ਸਥਿਰਤਾ ਨਹੀਂ ਰਹਿੰਦੀ। ਔਰ ਇਸ ਦੇ ਵਿੱਚ ਤੀਸਰਾ ਇੱਕ ਵਿਚਾਰ ਹੈ, ਭਰਤੀ ਦਾ ਅਧਿਕਾਰ ਮੁੱਖ ਕਾਰਜਪਾਲਿਕਾ ਅਧਿਕਾਰੀ ਕੋਲ ਹੋਣਾ ਚਾਹੀਦਾ ਹੈ। ਰਾਈਟ ਟੂ ਰਿਕਰੂਟਮੈਂਟ ਸ਼ੁੱਡ ਬੀ ਵੈਸਟਡ ਵਿਦ ਦ ਚੀਫ ਐਗਜ਼ੀਕਿਊਟਿਵ ਹੈਡ, ਯਾਨੀ ਕਿ ਜੋ ਵੀ ਦੇਸ਼ ਦਾ ਮੁਖੀ ਹੈ ਉਸ ਨੂੰ ਇਹ ਅਧਿਕਾਰ ਸਿੱਧੇ ਰੂਪ 'ਚ ਮਿਲ ਜਾਣਾ ਚਾਹੀਦਾ ਹੈ। ਤੀਜੇ ਵਿਚਾਰ ਵਿੱਚ ਲੋਕ ਸੇਵਕਾਂ ਦੀ ਨਿਯੁਕਤੀ ਦਾ ਅਧਿਕਾਰ ਮੁੱਖ ਕਾਰਜਪਾਲਿਕਾ ਅਧਿਕਾਰੀ ਕੋਲ ਹੁੰਦਾ ਹੈ। ਉਹ ਲੋਕ ਸੇਵਕਾਂ ਦੀ ਨਿਯੁਕਤੀ ਸੁਤੰਤਰ ਪ੍ਰਸ਼ਾਸਨਿਕ ਮਸ਼ੀਨਰੀ ਦੇ ਮਾਧਿਅਮ ਨਾਲ ਕਰਦਾ ਹੈ, ਯਾਨੀ ਉਹਦਾ ਇੱਕ ਪ੍ਰੋਸੈਸ ਹੁੰਦਾ, ਇੱਕ ਪ੍ਰੋਸੀਜਰ ਬਣਿਆ ਹੁੰਦਾ, ਉਸ ਨੂੰ ਫੋਲੋ ਕਰਦੇ ਹੋਏ, ਉਹਦੇ ਰੂਲਸ ਨੂੰ ਫੋਲੋ ਕਰਦੇ ਹੋਏ ਉਹਦੇ 'ਚ ਰਿਕਰੂਟਮੈਂਟ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਭਾਰਤ ਵਿੱਚ ਸੰਘੀ ਸਰਕਾਰ ਦੇ ਅਧੀਨ ਕਾਰਜ ਕਰਨ ਵਾਲੇ ਅਧਿਕਾਰੀਆਂ ਦੀ ਨਿਯੁਕਤੀ ਰਾਸ਼ਟਰਪਤੀ ਦੇ ਨਾਂ 'ਤੇ ਔਰ ਰਾਜ ਸਰਕਾਰਾਂ ਦੇ ਅਧੀਨ ਕਾਰਜ ਕਰਨ ਵਾਲੇ ਅਧਿਕਾਰੀਆਂ ਦੀ ਨਿਯੁਕਤੀਆਂ ਗਵਰਨਰ ਦੇ ਨਾਮ 'ਤੇ ਕੀਤੀਆਂ ਜਾਂਦੀਆਂ ਹਨ। ਅੱਜ ਇਹ ਮਤਾ ਜ਼ਿਆਦਾ ਪ੍ਰਚਲਿਤ ਅਤੇ ਵਿਵਹਾਰਿਕ ਹੈ। ਔਰ ਇਸੇ ਤਰ੍ਹਾਂ ਜਿਹੜੀਆਂ ਰਿਕਰੂਟਮੈਂਟਸ ਨੇ ਉਹ ਜ਼ਿਆਦਾ ਵਿਵਹਾਰਿਕ ਹੈ, ਕਿਉਂਕਿ ਇਹਨਾਂ ਨੂੰ ਕਰਨਾ ਆਸਾਨ ਹੈ ਔਰ ਇਹ ਨਿਯਮ ਦੇ ਅਨੁਸਾਰ ਔਰ ਲੀਗਲੀ ਵੀ ਹੈ। ਦੂਸਰੀ ਜਿਹੜੀ ਆਪਾਂ ਸਮੱਸਿਆ ਦੀ ਗੱਲ ਕੀਤੀ ਸੀ ਉਹਦੇ 'ਚ ਹੈ ਭਰਤੀ ਕਰਨ ਦੀਆਂ ਵਿਧੀਆਂ, ਯਾਨੀ ਕਿਸ ਵਿਧੀ ਨਾਲ, ਮੈਥਡਸ ਆਫ ਰਿਕਰੂਟਮੈਂਟਸ ਕਿਹੜੇ ਹੋਣੇ ਚਾਹੀਦੇ ਨੇ। ਤਾਂ ਭਰਤੀ ਦੇ ਸੰਬੰਧ ਵਿੱਚ ਦੂਜੀ ਸਮੱਸਿਆ ਇਹ ਹੈ ਕਿ ਕਿਹੜੀਆਂ ਵਿਧੀਆਂ ਅਪਣਾਈਆਂ ਜਾ ਸਕਦੀਆਂ ਨੇ, ਵਿਚ ਮੈਥਡਸ ਸ਼ੁੱਡ ਬੀ ਅਡਾਪਟਡ ਫॉर ਰਿਕਰੂਟਮੈਂਟ। ਉਹਦੇ ਵਿੱਚ ਕੀ ਹੈ, ਸਭ ਤੋਂ ਪਹਿਲੀ ਅਸੀਂ ਗੱਲ ਕਰਾਂਗੇ ਸਿੱਧੀ ਜਾਂ ਬਾਹਰੀ ਭਰਤੀ ਦੀ, ਯਾਨੀ ਕਿ ਡਾਇਰੈਕਟ ਔਰ ਰਿਕਰੂਟਮੈਂਟ ਫਰੋਮ ਆਊਟਸਾਈਡ। ਸਿੱਧੀ ਜਾਂ ਬਾਹਰੀ ਭਰਤੀ ਦਾ ਅਰਥ ਇਹ ਹੈ ਕਿ ਭਰਤੀ ਨਿਰਧਾਰਿਤ ਯੋਗਤਾਵਾਂ ਪੂਰੀ ਕਰਨ ਵਾਲੇ ਜਿਹੜੇ ਉਮੀਦਵਾਰ ਹੁੰਦੇ ਨੇ ਉਹ ਖੁੱਲ੍ਹੀ ਪ੍ਰਤੀਯੋਗਤਾ ਦੇ ਆਧਾਰ 'ਤੇ ਭਰਤੀ ਕੀਤੇ ਜਾਣ। ਭਰਤੀ ਦੀ ਇਹ ਵਿਧੀ ਹੇਠਲੀ ਪੱਧਰ 'ਤੇ ਕਾਰਜ ਕਰਨ ਵਾਲੇ ਲੋਕ ਸੇਵਕਾਂ ਤੇ ਉੱਚ ਪੱਧਰ 'ਤੇ ਨਿਯੁਕਤ ਕੀਤੇ ਜਾਣ ਵਾਲੇ ਵਿਅਕਤੀਆਂ ਦੀ ਚੋਣ ਲਈ ਅਪਣਾਈ ਜਾਂਦੀ ਹੈ। ਭਿੰਨ ਅਹੁਦਿਆਂ ਤੇ ਯੋਗਤਾ ਦੇ ਆਧਾਰ 'ਤੇ ਇਸ਼ਤਿਹਾਰਾਂ ਰਾਹੀਂ ਅਰਜ਼ੀਆਂ ਜਿਹੜੀਆਂ ਨੇ ਉਹ ਮੰਗੀਆਂ ਜਾਂਦੀਆਂ ਨੇ। ਉਹ ਆਪਾਂ ਦੇਖਦੇ ਹਾਂ ਅਖਬਾਰਾਂ ਦੇ ਵਿੱਚ ਐਡਸ ਆਉਂਦੀਆਂ ਨੇ ਕਿ ਕਿਸ ਡਿਪਾਰਟਮੈਂਟ 'ਚ ਕਿਸ ਪੋਸਟਾਂ ਦੀ ਡਿਮਾਂਡ ਕੀਤੀ ਜਾਂਦੀ ਹੈ, ਔਰ ਯੋਗ ਉਮੀਦਵਾਰ ਜਿਹੜੇ ਹੁੰਦੇ ਨੇ ਉਹਨਾਂ ਦੀ ਮੈਰਿਟ ਲਿਸਟ ਬਣਦੀ ਹੈ ਜੋ ਲੋਕ ਅਪਲਾਈ ਕਰਦੇ ਨੇ, ਔਰ ਉਸ ਮੈਰਿਟ ਲਿਸਟ ਦੇ ਆਧਾਰ 'ਤੇ ਨਿਯੁਕਤੀਆਂ ਜਿਹੜੀਆਂ ਨੇ ਉਹ ਕਰ ਦਿੱਤੀਆਂ ਜਾਂਦੀਆਂ ਨੇ। ਹੁਣ ਸਿੱਧੀ ਭਰਤੀ ਦੇ ਕੁਝ ਗੁਣ ਵੀ ਹੁੰਦੇ ਨੇ। ਫਾਇਦਾ ਕੀ ਹੈ ਸਾਨੂੰ ਇਸ ਸਿੱਧੀ ਭਰਤੀ ਦਾ, ਤਾਂ ਗੁਣ ਕੀ ਨੇ? ਇਸ ਵਿਧੀ ਇਹ ਲੋਕਤੰਤਰੀ ਵਿਧੀ ਹੈ ਕਿਉਂਕਿ ਓਪਨਲੀ ਇਸ਼ਤਿਹਾਰ ਹੁੰਦਾ ਹੈ, ਕੋਈ ਵੀ ਅਪਲਾਈ ਕਰ ਸਕਦਾ ਹੈ, ਮੈਰਿਟ ਬਣਦੀ ਔਰ ਫਿਰ ਨਿਯੁਕਤੀਆਂ ਕਰ ਲਈਆਂ ਜਾਂਦੀਆਂ ਨੇ। ਇੱਕ ਤਾਂ ਇਹ ਗੁਣ ਹੈ। ਇਸ ਵਿੱਚ ਚੁਣਾਵ ਖੇਤਰ ਦਾ ਵਿਆਪਕ ਹੋਣ ਦੇ ਕਾਰਨ ਯੋਗਤਾ ਵਿਅਕਤੀਆਂ ਨੂੰ ਛਾਂਟ ਕੇ ਅਸੈਨਿਕ ਸੇਵਾਵਾਂ ਵਿੱਚ ਲਗਾਇਆ ਜਾ ਸਕਦਾ ਹੈ, ਕਿਉਂਕਿ ਓਪਨਲੀ ਸਾਰੇ ਅਪਲਾਈ ਕਰਦੇ ਨੇ, ਸਾਰੇ ਹੀ ਅਪਲਾਈ ਕਰ ਸਕਦੇ ਨੇ, ਤਾਂ ਇਸ ਕਰਕੇ ਵਧੀਆ ਇਹਦੇ 'ਚ ਉਮੀਦਵਾਰ ਜਿਹੜੇ ਨੇ ਉਹ ਪ੍ਰਾਪਤ ਹੋ ਸਕਦੇ ਨੇ। ਇਸ ਵਿੱਚ ਨੌਜਵਾਨਾਂ ਨੂੰ ਅਸੈਨਿਕ ਸੇਵਾਵਾਂ ਵਿੱਚ ਲਿਆਇਆ ਜਾ ਸਕਦਾ ਹੈ ਔਰ ਨੌਜਵਾਨ ਲੋਕ ਸੇਵਕ ਆਪਣੇ ਆਪ ਨੂੰ ਨਵੀਆਂ ਪ੍ਰਸਥਿਤੀਆਂ ਦੇ ਅਨੁਕੂਲ ਢਾਲਣ ਦਾ ਜ਼ਿਆਦਾ ਸਮਰੱਥਾ ਰੱਖਦੇ ਨੇ। ਹੁਣ ਜਿਹੜੇ ਪਹਿਲਾਂ ਤੋਂ ਅਗਰ ਕੋਈ ਕੰਮ ਕਰ ਰਹੇ ਨੇ, ਅਗਰ ਉਹਨਾਂ ਨੂੰ ਪ੍ਰਮੋਟ ਕਰ ਦਿੱਤਾ ਜਾਏਗਾ ਤਾਂ ਉਹ ਉਸੇ ਨੇਚਰ ਦੇ ਅਕੋਰਡਿੰਗ ਕੰਮ ਕਰਦੇ ਨੇ, ਲੇਕਿਨ ਨੌਜਵਾਨ ਜਿਹੜੇ ਨੇ ਉਹ ਆਪਦੇ ਆਪ ਨੂੰ ਨਵੇਂ ਸਿਸਟਮ ਦੇ ਅਕੋਰਡਿੰਗ ਢਾਲ ਲੈਂਦੇ ਨੇ। ਚੌਥਾ ਇਹਦਾ ਗੁਣ ਹੈ ਤਕਨੀਕੀ ਅਤੇ ਵਿਗਿਆਨਿਕ ਖੇਤਰਾਂ ਵਿੱਚ ਨਵੀਆਂ ਖੋਜਾਂ ਨਾਲ ਪਰਿਚਿਤ ਲੋਕਾਂ ਦਾ ਬਾਹਰੋਂ ਸੈਨਿਕ ਸੇਵਾਵਾਂ ਵਿੱਚ ਆਉਣਾ ਬੜਾ ਹੀ ਜ਼ਰੂਰੀ ਹੈ, ਕਿਉਂਕਿ ਨਵੇਂ ਲੋਕ ਆਉਂਦੇ ਨੇ, ਨਵੀਂ ਸੋਚ ਲੈ ਕੇ ਆਉਂਦੇ ਨੇ ਔਰ ਨਵੀਆਂ ਖੋਜਾਂ ਦੇ ਨਾਲ ਉਹ ਪਰਿਚਿਤ ਹੁੰਦੇ ਨੇ, ਫਰੈਂਡਲੀ ਹੁੰਦੇ ਨੇ। ਲੇਕਿਨ ਆਪਾਂ ਹੁਣ ਇਹ ਨਹੀਂ ਕਹਿ ਸਕਦੇ ਕਿ ਸਿੱਧੀ ਭਰਤੀ ਦੇ ਸਿਰਫ ਗੁਣ ਹੀ ਹੁੰਦੇ ਨੇ, ਕੁਛ ਹੁੰਦੇ ਸਮੱਸਿਆਵਾਂ ਵੀ ਹੁੰਦੀਆਂ ਨੇ, ਔਗਣ ਵੀ ਹੁੰਦੇ ਨੇ। ਡੀਮੈਰਿਟਸ ਆਫ ਡਾਇਰੈਕਟ ਰਿਕਰੂਟਮੈਂਟ। ਹੁਣ ਇਸ ਵਿਧੀ ਵਿੱਚ ਕੁਝ ਔਗਣ ਵੀ ਨੇ। ਉਹਦੇ 'ਚ ਪਹਿਲਾ ਹੈ, ਇਸ ਵਿੱਚ ਪਹਿਲੀ ਵਾਰ ਸੇਵਾ ਵਿੱਚ ਪ੍ਰਵੇਸ਼ ਕਰਨ ਵਾਲੇ ਨੌਜਵਾਨਾਂ ਨੂੰ ਟ੍ਰੇਨਿੰਗ ਦੇਣ ਲਈ ਖਰਚ ਸਰਕਾਰ ਨੂੰ ਕਰਨਾ ਪੈਂਦਾ ਹੈ। ਦੂਸਰੀ ਗੱਲ, ਇਸ ਵਿੱਚ ਹੇਠਲੀ ਪੱਧਰ 'ਤੇ ਕਾਰਜ ਕਰਨ ਵਾਲੇ ਲੋਕ ਸੇਵਕਾਂ ਵਿੱਚ ਕਾਰਜ ਦਾ ਉਤਸ਼ਾਹ ਘੱਟ ਹੋ ਜਾਂਦਾ ਹੈ, ਯਾਨੀ ਜੋ ਪਹਿਲਾਂ ਤੋਂ ਲੱਗੇ ਹੋਏ ਨੇ, ਕਿਉਂਕਿ ਉਹਨਾਂ ਦੀ ਤਰੱਕੀ ਰਾਹੀਂ ਉੱਚੇ ਅਹੁਦਿਆਂ 'ਤੇ ਲੱਗਣ ਦੇ ਮੌਕੇ ਘੱਟ ਜਾਂਦੇ ਨੇ। ਜਦੋਂ ਬਾਹਰਲ ਰਿਕਰੂਟਮੈਂਟ ਹੋ ਜਾਂਦੀ ਹੈ ਡਾਇਰੈਕਟ ਰਿਕਰੂਟਮੈਂਟ, ਤਾਂ ਜਿਹੜੇ ਵਿੱਚ ਕੰਮ ਕਰ ਰਹੇ ਨੇ ਡਿਪਾਰਟਮੈਂਟ ਦੇ ਉਹਨਾਂ ਨੂੰ ਪਤਾ ਕਿ ਹੁਣ ਸਾਡੀ ਤਰੱਕੀ ਤਾਂ ਹੋਣੀ ਨਹੀਂ, ਤਾਂ ਉਹਨਾਂ ਦਾ ਜੋਸ਼ ਜਿਹੜਾ ਹੈ ਉਹ ਕੰਮ ਪ੍ਰਤੀ ਘੱਟ ਜਾਂਦਾ ਹੈ। ਤੀਸਰੀ ਗੱਲ ਨੁਕਸ ਕੀ ਹੈ, ਇਸ ਵਿਧੀ ਵਿੱਚ ਨੌਜਵਾਨ ਲੋਕ ਸੇਵਕਾਂ ਦੇ ਉੱਚ ਅਹੁਦਿਆਂ 'ਤੇ ਲੱਗਣ ਨਾਲ ਪੁਰਾਣੇ ਲੋਕ ਸੇਵਕਾਂ ਵਿੱਚ ਈਰਖਾ ਅਤੇ ਜਲਨ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਆਮ ਤੌਰ 'ਤੇ ਜਿਹੜੇ ਪੁਰਾਣੇ ਕੰਮ ਕਰਦੇ ਨੇ ਉਹ ਨਵਿਆਂ ਤੋਂ ਜੈਲਸ ਹੋ ਜਾਂਦੇ ਨੇ। ਇਹ ਨੁਕਸ ਨੇ। ਅੰਦਰੂਨੀ ਭਰਤੀ ਜਾਂ ਤਰੱਕੀ। ਹੁਣ ਇੱਕ ਹੋਰ ਤਰੀਕੇ ਨਾਲ ਵੀ ਇਹ ਭਰਤੀਆਂ ਜਿਹੜੀਆਂ ਹੁੰਦੀਆਂ ਨੇ ਉਹ ਹੈ ਅੰਦਰੂਨੀ ਭਰਤੀ ਜਾਂ ਪ੍ਰਮੋਸ਼ਨ ਚੈਨਲ। ਰਿਕਰੂਟਮੈਂਟ ਫਰੋਮ ਵਿਦਨ ਔਰ ਪ੍ਰਮੋਸ਼ਨ। ਅੰਦਰੂਨੀ ਭਰਤੀ ਦਾ ਅਰਥ ਹੈ ਕਿ
ਪ੍ਰਸ਼ਾਸਨ ਵਿੱਚ ਉੱਚ ਖਾਲੀ ਥਾਵਾਂ ਦੀ ਪੂਰਤੀ ਲਈ ਪਹਿਲਾਂ ਤੋਂ ਕਾਰਜ ਕਰ ਰਹੇ ਲੋਕ ਸੇਵਕਾਂ ਵਿੱਚੋਂ ਹੀ ਵਰਿਸ਼ਠਤਾ ਯਾਨੀ ਸੀਨੀਅਰਟੀ ਅਤੇ ਯੋਗਤਾ ਯਾਨੀ ਕਿ ਜੋ ਵੀ ਉਹਨਾਂ ਦੀ ਐਬਿਲਿਟੀ ਹੈ ਉਸ ਦੇ ਆਧਾਰ ਤੇ ਕੁਝ ਨੂੰ ਤਰੱਕੀ ਕਰਕੇ ਉੱਚੇ ਅਹੁਦਿਆਂ ਤੇ ਨਿਯੁਕਤ ਕਰ ਦਿੱਤਾ ਜਾਵੇ। ਹੁਣ ਇਸ ਦੇ ਕੀ ਗੁਣ ਨੇ? ਜਿਹੜੀ ਅੰਦਰੂਨੀ ਭਰਤੀ ਹੁੰਦੀ ਹੈ ਉਸ ਤਰੱਕੀ ਦੇ ਲਾਭ ਕੀ ਨੇ? ਯਾਨੀ ਮੈਰਿਟਸ ਆਫ ਰਿਕਰੂਟਮੈਂਟ ਫਰੋਮ ਵਿਦਨ ਔਰ ਪ੍ਰਮੋਸ਼ਨ ਚੈਨਲ। ਇਸ ਵਿਧੀ ਦੁਆਰਾ ਉਹਨਾਂ ਵਿਅਕਤੀਆਂ ਨੂੰ ਉੱਚ ਅਹੁਦਿਆਂ ਤੇ ਨਿਯੁਕਤ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੂੰ ਉਸ ਕਾਰਜ ਵਿੱਚ ਲੰਬਾ ਐਕਸਪੀਰੀਅੰਸ ਹੈ। ਉਸ ਤਜਰਬੇ ਦਾ ਫਾਇਦਾ ਉਹਨਾਂ ਨੂੰ ਨਵੀਂ ਉਸ ਪੋਸਟ ਦਾ ਤੇ ਉਹ ਹੁੰਦਾ ਹੈ ਜਿਸ ਪੋਸਟ ਤੇ ਉਹਨਾਂ ਨੂੰ ਪ੍ਰਮੋਸ਼ਨ ਤੋਂ ਬਾਅਦ ਲਗਾ ਦਿੱਤਾ ਜਾਂਦਾ ਹੈ। ਦੂਸਰੀ, ਇਸ ਵਿੱਚ ਭਰਤੀ ਦਾ ਕਾਰਜ ਆਸਾਨ ਹੈ। ਬਾਹਰੀ ਭਰਤੀ ਕਰਨ ਲੰਬੀ ਵਿਧੀ ਅਪਣਾਉਣੀ ਪੈਂਦੀ ਹੈ, ਉਹਦੇ 'ਚ ਲੋੜ ਨਹੀਂ ਪੈਂਦੀ। ਤੀਜਾ, ਇਹਦਾ ਲਾਭ ਕੀ ਹੈ? ਇਸ ਵਿੱਚ ਲੋਕ ਸੇਵਕਾਂ ਨੂੰ ਟ੍ਰੇਨਿੰਗ ਦੇਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਉਹ ਪਹਿਲਾਂ ਤੋਂ ਹੀ ਕੰਮ ਕਰ ਰਹੇ ਨੇ, ਡਿਪਾਰਟਮੈਂਟ ਦਾ ਪਤਾ ਹੈ, ਕੰਮ ਦਾ ਪਤਾ ਹੈ। ਚੌਥਾ ਫਾਇਦਾ, ਇਸ ਵਿੱਚ ਲੋਕ ਸੇਵਕਾਂ ਨੂੰ ਜ਼ਿਆਦਾ ਮਿਹਨਤ ਕਰਨ ਅਤੇ ਆਪਣੀ ਕਾਰਜਕੁਸ਼ਲਤਾ ਵਧਾਉਣ ਲਈ ਪ੍ਰੇਰਨਾ ਮਿਲਦੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਵਧੀਆ ਕੰਮ ਕਰਾਂਗੇ ਤਾਂ ਪ੍ਰਮੋਸ਼ਨ ਹੋ ਜਾਏਗੀ, ਭਵਿੱਖ ਵਿੱਚ ਤਰੱਕੀ ਦੀ ਉਮੀਦ ਰਹਿੰਦੀ ਹੈ। ਪੰਜਵਾਂ ਲਾਭ ਹੈ ਤਰੱਕੀ ਦੇ ਮੌਕਿਆਂ ਦੇ ਕਾਰਨ ਹੇਠਲੀ ਪੱਧਰ ਦੀਆਂ ਸੈਨਿਕ ਸੇਵਾਵਾਂ ਵਿੱਚ ਯੋਗ ਵਿਅਕਤੀਆਂ ਦੇ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ ਕਿਉਂਕਿ ਛੋਟੇ ਵਾਲਿਆਂ ਨੂੰ ਪ੍ਰਮੋਟ ਕਰਕੇ ਅਗਲਿਆਂ ਤੇ ਲੈ ਜਾਂਦੇ ਨੇ ਤੇ ਹੁਣ ਜਿਹੜੇ ਲੋਅਰ ਲੈਵਲ ਤੇ ਪੋਸਟ ਨੇ ਉਹਨਾਂ ਲਈ ਡਾਇਰੈਕਟ ਜਿਹੜੀ ਰਿਕਰੂਟਮੈਂਟ ਹੈ ਉਹ ਕੀਤੀ ਜਾ ਸਕਦੀ ਹੈ। ਇਹ ਤਾਂ ਨੇ ਗੁਣ ਪ੍ਰਮੋਸ਼ਨ ਚੈਨਲ ਦੇ। ਹੁਣ ਇਹਦੇ ਨਾਲ ਅਵਗੁਣ ਵੀ ਨੇ। ਹੁਣ ਅਗਰ ਵਿਦਨ ਦਾ ਡਿਪਾਰਟਮੈਂਟ ਅਗਰ ਕਿਸੇ ਦੀ ਪ੍ਰਮੋਸ਼ਨ ਹੁੰਦੀ ਹੈ ਤਾਂ ਉਹਦੇ 'ਚ ਨੁਕਸ ਕੀ ਨੇ, ਪ੍ਰੋਬਲਮਸ ਕੀ ਨੇ? ਡੀਮੈਰਿਟਸ ਆਫ ਰਿਕਰੂਟਮੈਂਟ ਫਰੋਮ ਵਿਦਨ ਔਰ ਪ੍ਰਮੋਸ਼ਨ। ਇਸ ਵਿੱਚ ਅਸੈਨਿਕ ਸੇਵਾਵਾਂ ਲਈ ਚੋਣਾਂ ਦਾ ਖੇਤਰ ਸੀਮਿਤ ਰਹਿ ਜਾਂਦਾ ਹੈ। ਅਸੈਨਿਕ ਸੇਵਾਵਾਂ ਵਿੱਚ ਜ਼ਿਆਦਾ ਯੋਗ ਵਿਅਕਤੀਆਂ ਦਾ ਪ੍ਰਵੇਸ਼ ਨਹੀਂ ਹੁੰਦਾ ਕਿਉਂਕਿ ਜਿਹੜੇ ਪਹਿਲਾਂ ਤੋਂ ਨੇ ਉਹੀ ਪ੍ਰਮੋਟ ਹੋ ਗਏ ਤਾਂ ਬਾਹਰੋਂ ਹੋਰ ਯੋਗਤਾ ਦਾਣਾ ਮੁਸ਼ਕਲ ਹੋ ਗਿਆ। ਦੂਸਰਾ ਅਵਗੁਣ ਕੀ ਹੈ? ਇਸ ਵਿੱਚ ਅਸੈਨਿਕ ਸੇਵਾਵਾਂ ਵਿੱਚ ਨੌਜਵਾਨਾਂ ਦਾ ਪ੍ਰਵੇਸ਼ ਨਹੀਂ ਹੁੰਦਾ ਕਿਉਂਕਿ ਜਿਹੜੇ ਪ੍ਰਮੋਟ ਹੁੰਦੇ ਨੇ ਉਹ ਉਮਰ ਦਰਾਜ ਹੁੰਦੇ ਨੇ। ਅਸੈਨਿਕ ਸੇਵਾਵਾਂ ਵਿੱਚ ਗਤੀਹੀਨਤਾ ਤੇ ਰੂੜੀਵਾਦਤਾ ਪੈਦਾ ਹੁੰਦੀ ਹੈ। ਏਜ ਦੇ ਨਾਲ ਜੋ ਇੱਕ ਸਿਸਟਮ ਪੈਟਰਨ ਕੰਮ ਕਰਨ ਦਾ ਵਿਅਕਤੀ ਦਾ ਬਣ ਜਾਂਦਾ ਹੈ ਉਹ ਨਵੀਂ ਪੋਸਟ ਤੇ ਜਦੋਂ ਪ੍ਰਮੋਟ ਹੋ ਜਾਂਦਾ ਹੈ ਤਾਂ ਉਹ ਉਵੇਂ ਹੀ ਬਣਿਆ ਰਹਿੰਦਾ ਹੈ ਔਰ ਉਸ ਦੇ ਵਿੱਚ ਰੂੜੀਵਾਦਤਾ ਔਰ ਗਤੀਹੀਨਤਾ ਕਿਉਂਕਿ ਕੰਮ ਕਰਨ ਦੇ ਸਮੇਂ ਤੋਂ ਬਾਅਦ ਤਜਰਬਾ ਤਾਂ ਪ੍ਰਾਪਤ ਹੁੰਦਾ ਹੈ ਲੇਕਿਨ ਰੂੜੀਵਾਦਤਾ ਔਰ ਇੱਕ ਪੈਟਰਨ ਜਿਹੜਾ ਸੈੱਟ ਹੋ ਗਿਆ ਹੁੰਦਾ ਉਹ ਸਾਨੂੰ ਗਤੀਹੀਨ ਕਰ ਦਿੰਦਾ, ਸਾਡੇ ਕੰਮ ਨੂੰ ਸਲੋ ਕਰ ਦਿੰਦਾ, ਉਹ ਵੀ ਨੁਕਸ ਇੱਕ ਆ ਜਾਂਦਾ ਹੈ। ਤੀਸਰਾ ਅਵਗੁਣ ਹੈ ਇਸ ਵਿੱਚ ਲੋਕ ਸੇਵਕਾਂ ਨੂੰ ਤਕਨੀਕੀ, ਵਿਗਿਆਨਿਕ ਅਤੇ ਕਈ ਹੋਰ ਖੇਤਰਾਂ ਵਿੱਚ ਹੋਣ ਵਾਲੀਆਂ ਨਵੀਆਂ ਖੋਜਾਂ ਦਾ ਗਿਆਨ ਨਹੀਂ ਹੁੰਦਾ ਕਿਉਂਕਿ ਜਿਹੜੇ ਪ੍ਰਮੋਟ ਹੋ ਕੇ ਜਾਂਦੇ ਨੇ ਉਹ ਤਾਂ ਉਸੇ ਡਿਪਾਰਟਮੈਂਟ ਦਾ ਹਿੱਸਾ ਹੁੰਦੇ ਨੇ ਲੰਬੇ ਟਾਈਮ ਤੋਂ, ਉਹ ਦੂਸਰੀ ਚੀਜ਼ਾਂ ਨਾਲ ਅਪਡੇਟ ਨਹੀਂ ਹੁੰਦੇ ਤਾਂ ਨਵੀਆਂ ਖੋਜਾਂ ਦਾ ਗਿਆਨ ਉਹਨਾਂ ਨੂੰ ਨਹੀਂ ਹੁੰਦਾ। ਚੌਥਾ ਅਵਗੁਣ ਹੈ ਇਸ ਵਿਧੀ ਦੁਆਰਾ ਹੇਠਲੀ ਪੱਧਰ ਤੇ ਕਾਰਜ ਕਰਨ ਵਾਲੇ ਲੋਕ ਸੇਵਕਾਂ ਦੀ ਭਰਤੀ ਨਹੀਂ ਕੀਤੀ ਜਾ ਸਕਦੀ। ਤਾਂ ਇਹ ਅਵਗੁਣ ਨੇ ਜਿਹੜਾ ਪ੍ਰਮੋਸ਼ਨ ਚੈਨਲ ਹੈ ਉਸ ਦੇ। ਹੁਣ ਅੱਗੇ ਇੱਕ ਹੋਰ ਵੀ ਹੈ, ਮਿਸ਼ਰਿਤ ਵਿਧੀ ਅਪਣਾਈ ਜਾ ਸਕਦੀ ਹੈ ਜਿੱਥੇ ਜਿਵੇਂ ਜ਼ਰੂਰਤ ਪਏ ਉਸ ਤਰ੍ਹਾਂ ਦੀ ਭਰਤੀ ਕੀਤੀ ਜਾ ਸਕਦੀ ਹੈ। ਕੰਬਾਈਨਡ ਮੈਥਡ ਅਕਸਰ ਸਾਰੇ ਦੇਸ਼ਾਂ ਵਿੱਚ ਲੋਕ ਸੇਵਕਾਂ ਦੀ ਭਰਤੀ ਲਈ ਦੋਵੇਂ ਵਿਧੀਆਂ ਦਾ ਪ੍ਰਯੋਗ ਹੁੰਦਾ ਹੈ। ਹੇਠਲੀ ਪੱਧਰ ਤੇ ਅਹੁਦਿਆਂ ਲਈ ਸੰਪੂਰਨ ਭਰਤੀ ਸਿੱਧੀ ਜਾਂ ਬਾਹਰੋਂ ਕੀਤੀ ਜਾ ਸਕਦੀ ਹੈ ਕਿਉਂਕਿ ਇਹਨਾਂ ਅਹੁਦਿਆਂ ਤੋਂ ਹੇਠਾਂ ਕੋਈ ਅਹੁਦੇ ਨਹੀਂ ਹੁੰਦੇ ਜਿੱਥੋਂ ਉੱਪਰਲੇ ਅਹੁਦਿਆਂ ਵਿੱਚ ਤਰੱਕੀ ਕੀਤੀ ਜਾ ਸਕੇ। ਕਲਰਕਾਂ, ਸਟੈਨੋਗ੍ਰਾਫਰ, ਟੈਲੀਫੋਨ ਆਪਰੇਟਰਾਂ, ਡਾਕੀਆਂ, ਟਿਕਟ ਕਲੈਕਟਰ ਆਦਿ ਅਨੇਕਾਂ ਹੇਠਲੇ ਅਹੁਦਿਆਂ ਤੇ ਸਿੱਧੀ ਭਰਤੀ ਜਾਂ ਬਾਹਰੋਂ ਭਰਤੀ ਕੀਤੀ ਜਾ ਸਕਦੀ ਹੈ। ਜਿਵੇਂ ਉੱਚ ਅਹੁਦਿਆਂ ਤੇ ਭਰਤੀ ਹੁੰਦੀ ਹੈ ਉਹ ਅੰਦਰੂਨੀ ਭਰਤੀ ਕੀਤੀ ਜਾ ਸਕਦੀ ਹੈ ਉਸ ਦੇ ਲਈ ਯਾਨੀ ਪ੍ਰਮੋਸ਼ਨ ਚੈਨਲ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਉਦਾਹਰਨ ਲਈ ਹੈੱਡ ਕਲਰਕ ਦੇ ਅਹੁਦੇ ਦੀ ਨਿਯੁਕਤੀ ਬਾਹਰੋਂ ਨਹੀਂ ਤਰੱਕੀ ਰਾਹੀਂ ਅੰਦਰੋਂ ਹੀ ਕੀਤੀ ਜਾਂਦੀ ਹੈ ਯਾਨੀ ਪ੍ਰਮੋਸ਼ਨ ਹੁੰਦੀ। ਜਿਹੜੇ ਕਲਰਕ ਕੰਮ ਕਰ ਰਹੇ ਨੇ ਉਹਨਾਂ ਦੇ ਵਿੱਚ ਜਿਹੜਾ ਅੱਛਾ ਕੰਮ ਕਰ ਰਿਹਾ ਉਹਨੂੰ ਪ੍ਰਮੋਟ ਕਰਕੇ ਉਹਨੂੰ ਹੈੱਡ ਕਲਰਕ ਜਿਹੜਾ ਹੈ ਉਹ ਬਣਾ ਦਿੱਤਾ ਜਾਂਦਾ ਹੈ। ਪਹਿਲੀ ਸ਼੍ਰੇਣੀ ਤੇ ਜ਼ਿਆਦਾਤਰ ਉੱਚ ਅਹੁਦਿਆਂ ਤੇ ਨਿਯੁਕਤੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਆਧਾਰ ਤੇ ਸਿੱਧੇ ਤੌਰ ਤੇ ਕੀਤੀ ਜਾਂਦੀ ਹੈ ਅਤੇ ਬਹੁਤ ਘੱਟ ਅਹੁਦਿਆਂ ਤੇ ਨਿਯੁਕਤੀ ਦੂਸਰੀ ਸ਼੍ਰੇਣੀ ਦੇ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਕੀਤੀ ਜਾਂਦੀ ਹੈ। ਅਗਲਾ ਹੈ ਬੇਟੇ ਉਸ ਦੇ ਵਿੱਚ ਭਰਤੀ ਦੀ ਪ੍ਰੋਸੈਸ ਦੇ ਵਿੱਚ ਯੋਗਤਾਵਾਂ ਯਾਨੀ ਕਿ ਕੁਆਲੀਫਿਕੇਸ਼ਨਸ। ਹੁਣ ਲੋਕ ਸੇਵਕਾਂ ਦੀ ਭਰਤੀ ਦਾ ਸੰਬੰਧ ਵਿੱਚ ਤੀਸਰੀ ਸਮੱਸਿਆ ਜਿਹੜੀ ਆਉਂਦੀ ਹੈ ਉਹ ਹੈ ਉਮੀਦਵਾਰਾਂ ਦੀ ਯੋਗਤਾ ਕੀ ਹੋਣੀ ਚਾਹੀਦੀ ਹੈ। ਵਟ ਸ਼ੁੱਡ ਬੀ ਦਾ ਕੁਆਲੀਫਿਕੇਸ਼ਨਸ ਆਫ ਕੈਂਡੀਡੇਟ ਆਫ ਰਿਕਰੂਟਮੈਂਟ ਯਾਨੀ ਕਿ ਕਿਸ ਯੋਗਤਾ ਦੇ ਆਧਾਰ ਤੇ ਕਿਸ ਸੇਵਾ ਵਿੱਚ ਪ੍ਰਵੇਸ਼ ਜਿਹੜਾ ਹੈ ਉਹ ਕਿਵੇਂ ਹੋਵੇ। ਸਭ ਤੋਂ ਪਹਿਲੇ ਹੁੰਦੀਆਂ ਨੇ ਸਾਧਾਰਨ ਯੋਗਤਾਵਾਂ ਯਾਨੀ ਕਿ ਜਨਰਲ ਕੁਆਲੀਫਿਕੇਸ਼ਨਸ ਔਰ ਦੂਸਰੀਆਂ ਹੁੰਦੀਆਂ ਨੇ ਵਿਸ਼ੇਸ਼ ਯੋਗਤਾਵਾਂ ਯਾਨੀ ਕਿ ਸਪੈਸ਼ਲ ਕੁਆਲੀਫਿਕੇਸ਼ਨਸ। ਹੁਣ ਸਭ ਤੋਂ ਪਹਿਲੇ ਸਧਾਰਨ ਕਿਹੜੀਆਂ? ਸਧਾਰਨ ਯੋਗਤਾਵਾਂ ਵਿੱਚ ਨਾਗਰਿਕਤਾ, ਨਿਵਾਸ ਅਤੇ ਸਮੇਂ, ਉਮਰ ਆਦਿ ਜਾਂ ਜੈਂਟਸ ਜਾਂ ਲੇਡੀ ਯਾਨੀ ਲਿੰਗ ਆਦਿ ਦੀਆਂ ਯੋਗਤਾਵਾਂ ਸ਼ਾਮਲ ਨੇ।
ਜਾਂ ਕੋਈ ਕਿੱਥੋਂ ਦਾ ਨਾਗਰਿਕ ਹੈ। ਕੋਈ ਕਿਸੇ ਪੋਸਟ ਲਈ ਕਈ ਵਾਰੀ ਹੋ ਸਕਦਾ ਕਿ ਵਿਦੇਸ਼ੀ ਨਾਗਰਿਕਤਾ ਵਾਲਾ ਵਿਅਕਤੀ ਨਾ ਚੱਲੇ, ਜਾਂ ਵਿਦੇਸ਼ੀ ਧਰਤੀ 'ਤੇ ਪੈਦਾ ਹੋਇਆ ਬਾਅਦ ਵਿੱਚ ਨਾਗਰਿਕਤਾ ਲਈ ਵਾਲਾ ਉਹ ਸ਼ਰਤ ਉਸ 'ਤੇ ਲਾਗੂ ਹੁੰਦੀ ਹੋਵੇ, ਕਿਉਂਕਿ ਜਿਹੜਾ ਅਗਰ ਕਿਸੇ ਹੋਰ ਧਰਤੀ 'ਤੇ ਪੈਦਾ ਹੋਇਆ ਤਾਂ ਉਸਦੀ ਜਿਹੜੀ ਇੱਕ ਵਫਾਦਾਰੀ ਦੀ ਉਮੀਦ ਹੈ ਉਸਦੀ ਉਸੇ ਧਰਤੀ ਨਾਲ ਕੀਤੀ ਜਾਂਦੀ ਹੈ। ਤਾਂ ਕਈ ਅਹੁਦਿਆਂ ਲਈ ਲਿੰਗ ਨਿਰਧਾਰਨ ਸੰਬੰਧੀ ਯੋਗਤਾਵਾਂ ਵੀ ਰੱਖੀਆਂ ਜਾਂਦੀਆਂ ਨੇ। ਇਹ ਹੁੰਦੀਆਂ ਨੇ ਸਾਧਾਰਨ ਯੋਗਤਾਵਾਂ ਯਾਨੀ ਕਿ ਜਨਰਲ ਕੁਆਲੀਫਿਕੇਸ਼ਨਸ। ਹੁਣ ਵਿਸ਼ੇਸ਼ ਯੋਗਤਾਵਾਂ ਯਾਨੀ ਕਿ ਸਪੈਸ਼ਲ ਕੁਆਲੀਫਿਕੇਸ਼ਨਸ ਆਮ ਤੌਰ 'ਤੇ ਕਿਵੇਂ ਹੁੰਦੀਆਂ ਨੇ? ਵਿਸ਼ੇਸ਼ ਯੋਗਤਾਵਾਂ ਵਿੱਚ ਸਿੱਖਿਆ ਸੰਬੰਧੀ ਯੋਗਤਾਵਾਂ, ਤਕਨੀਕੀ ਯੋਗਤਾ ਯਾਨੀ ਹੁਣ ਪਾਰਟੀਕੂਲਰ ਕਿਸ ਪੋਸਟ ਲਈ ਬੰਦੇ ਨੂੰ ਰੱਖਿਆ ਜਾ ਰਿਹਾ, ਰਿਕਰੂਟਮੈਂਟ ਕਿਸ ਡਿਪਾਰਟਮੈਂਟ ਔਰ ਕਿਸ ਪੋਸਟ ਲਈ ਹੋ ਰਹੀ ਹੈ, ਉੱਥੇ ਅਨੁਭਵ ਅਤੇ ਵਿਅਕਤੀ ਦੇ ਨਿੱਜੀ ਗੁਣਾਂ ਨੂੰ ਵੀ ਸ਼ਾਮਿਲ ਕੀਤਾ ਜਾਂਦਾ ਹੈ। ਭਿੰਨ ਪ੍ਰਸ਼ਾਸਨਿਕ, ਪੇਸ਼ਾਵਰ ਅਤੇ ਤਕਨੀਕੀ ਅਹੁਦਿਆਂ ਲਈ ਵੱਖ-ਵੱਖ ਯੋਗਤਾਵਾਂ ਨਿਸ਼ਚਿਤ ਕੀਤੀਆਂ ਜਾਂਦੀਆਂ ਨੇ। ਹੁਣ ਮੰਨ ਲਓ ਕਿ ਕਲਰਕ ਦੇ ਅਹੁਦੇ ਲਈ ਘੱਟ ਤੋਂ ਘੱਟ ਹਾਇਰ ਸੈਕੰਡਰੀ ਦੀ ਪ੍ਰੀਖਿਆ ਦਾ ਪਾਸ ਹੋਣਾ ਬੜਾ ਜ਼ਰੂਰੀ ਹੈ। ਕਾਰਜਕਾਰੀ ਅਹੁਦਿਆਂ ਲਈ BA ਦੀ ਡਿਗਰੀ ਹੋਣਾ ਜ਼ਰੂਰੀ ਹੈ ਯਾਨੀ ਕਿ ਗ੍ਰੈਜੂਏਟ ਹੋਵੇ। ਸਿਵਲ ਇੰਜੀਨੀਅਰ ਲਈ BE ਯਾਨੀ ਬੈਚਲਰ ਆਫ ਇੰਜੀਨੀਅਰਿੰਗ ਦੀ ਡਿਗਰੀ ਉਹਨੇ ਕੀਤੀ ਹੋਵੇ। ਡਾਕਟਰ ਲਈ MBBS ਦੀ ਡਿਗਰੀ ਹੋਣਾ ਜ਼ਰੂਰੀ ਹੁੰਦਾ ਹੈ, ਯਾਨੀ ਪਾਰਟੀਕੂਲਰ ਉਸ ਕੰਮ ਦੇ ਲਈ ਭਰਤੀ ਕੀਤਾ ਜਾ ਰਿਹਾ ਹੈ ਤਾਂ ਉਸ ਕੰਮ ਦੇ ਪ੍ਰਤੀ ਉਸ ਦੀ ਇੱਕ ਐਜੂਕੇਸ਼ਨਲ ਕੁਆਲੀਫਿਕੇਸ਼ਨ ਉਸ ਕੋਲ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਕਈ ਅਹੁਦਿਆਂ ਲਈ ਵਿਵਹਾਰਿਕ ਅਨੁਭਵ ਦਾ ਹੋਣਾ ਵੀ ਜ਼ਰੂਰੀ ਸਮਝਿਆ ਜਾਂਦਾ। ਹੁਣ ਜਿਵੇਂ ਟੀਚਰ ਦੀ ਭਰਤੀ ਕਰਨੀ ਹੈ ਤਾਂ ਉਸ ਨੂੰ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਕਿੰਨੇ ਸਾਲ ਦਾ, ਤਾਂ ਇਹ ਸ਼ਰਤ ਰੱਖੀ ਜਾ ਸਕਦੀ ਹੈ। ਤਾਂ ਇਹ ਕੁਆਲੀਫਿਕੇਸ਼ਨਸ ਹੁੰਦੀਆਂ ਨੇ ਯਾਨੀ ਯੋਗਤਾਵਾਂ ਹੁੰਦੀਆਂ ਨੇ। ਹੁਣ ਯੋਗਤਾ ਨਿਰਧਾਰਿਤ ਕਰਨ ਦੀਆਂ ਵਿਧੀਆਂ ਦੀ ਅਗਰ ਆਪਾਂ ਗੱਲ ਕਰੀਏ, ਇੱਕ ਹੋਰ ਇਹ ਸਮੱਸਿਆ ਹੈ ਮੈਥਡਸ ਫॉर ਡਿਟਰਮਿਨਿੰਗ ਕੁਆਲੀਫਿਕੇਸ਼ਨਸ। ਤਾਂ ਭਰਤੀ ਦੇ ਸੰਬੰਧ ਵਿੱਚ ਚੌਥੀ ਸਮੱਸਿਆ ਇਹ ਹੈ ਕਿ ਉਮੀਦਵਾਰਾਂ ਦੀ ਯੋਗਤਾ ਦੀ ਪਰਖ ਕਿਸ ਤਰ੍ਹਾਂ ਕੀਤੀ ਜਾਵੇ। ਤਾਂ ਨਿਯੁਕਤੀ ਕਰਨ ਵਾਲੇ ਅਧਿਕਾਰੀ ਦਾ ਵਿਅਕਤੀਗਤ ਫੈਸਲਾ। ਹੁਣ ਇਹਦੇ ਵਿੱਚ ਕਿਹੜੀਆਂ ਵਿਧੀਆਂ ਨੇ, ਆਪਾਂ ਇਹਦੀ ਗੱਲ ਕਰਦੇ ਹਾਂ ਤਾਂ ਇੰਡੀਵਿਜੂਅਲ ਜਜਮੈਂਟ ਆਫ ਦਾ ਅਪੁਆਇੰਟਿੰਗ ਆਫੀਸਰ। ਇਹ ਯੋਗਤਾ ਨਿਰਧਾਰਿਤ ਕਰਨ ਦਾ ਸਭ ਤੋਂ ਪੁਰਾਣਾ ਤੇ ਸਰਲ ਤਰੀਕਾ ਹੈ, ਸੌਖਾ ਤਰੀਕਾ ਹੈ। ਇਸ ਵਿਧੀ ਅਨੁਸਾਰ ਨਿਯੁਕਤੀ ਕਰਨ ਵਾਲਾ ਅਧਿਕਾਰੀ ਉਮੀਦਵਾਰਾਂ ਦੀਆਂ ਯੋਗਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਵਿਵੇਕ ਅਨੁਸਾਰ ਉਹਨਾਂ ਦੀ ਚੋਣ ਦਾ ਫੈਸਲਾ ਕਰਦਾ ਹੈ। ਪਰੰਤੂ ਇਹ ਤਰੀਕਾ ਤਾਂ ਹੀ ਸਫਲ ਹੋ ਸਕਦਾ ਹੈ ਜਦੋਂ ਨਿਯੁਕਤੀਆਂ ਦੀ ਗਿਣਤੀ ਬਹੁਤ ਘੱਟ ਹੋਵੇ ਅਤੇ ਨਿਯੁਕਤੀ ਕਰਨ ਵਾਲਾ ਅਧਿਕਾਰੀ ਬਿਨਾਂ ਦਬਾਅ ਦੇ ਆਪਣੀ ਸ਼ਕਤੀ, ਜੋ ਅਧਿਕਾਰ ਉਸ ਨੂੰ ਮਿਲੇ ਨੇ, ਉਹਨਾਂ ਦਾ ਸਹੀ ਪ੍ਰਯੋਗ ਕਰਦੇ ਹੋਏ ਭਰਤੀ ਕਰੇ। ਫਿਰ ਤਾਂ ਇਹ ਮਾਮਲਾ ਕਾਮਯਾਬ ਹੈ। ਅਗਰ ਉਹਦੇ 'ਤੇ ਪ੍ਰੈਸ਼ਰ ਰਹੇਗਾ, ਅਗਰ ਉਸ 'ਤੇ ਕਿਸੇ ਚੀਜ਼ ਦਾ ਦਬਾਅ ਰਹੇਗਾ ਤਾਂ ਨੈਚੁਰਲ ਹੈ ਕਿ ਉਹ ਆਪਣੀ ਸ਼ਕਤੀ ਦਾ ਸਹੀ ਪ੍ਰਯੋਗ ਨਹੀਂ ਕਰ ਸਕੇਗਾ ਔਰ ਇਹ ਜਿਹੜਾ ਵਿਅਕਤੀਗਤ ਫੈਸਲਾ ਹੈ ਉਹ ਗਲਤ ਹੋ ਸਕਦਾ ਹੈ। ਇਸ ਦੇ ਵਿੱਚ ਦੂਸਰਾ ਹੈ ਚਰਿੱਤਰ, ਯੋਗਤਾ ਅਤੇ ਪਿਛਲੇ ਅਨੁਭਵ ਸੰਬੰਧੀ ਪ੍ਰਮਾਣ ਪੱਤਰ। ਹੁਣ ਜਿਹੜੀ ਯੋਗਤਾ ਨਿਰਧਾਰਿਤ ਕਰਨ ਵਾਲੀਆਂ ਵਿਧੀਆਂ ਦੀ ਆਪਾਂ ਗੱਲ ਕਰ ਰਹੇ ਹਾਂ, ਉਹਦੇ ਵਿੱਚ ਸੈਕਿੰਡ ਪੁਆਇੰਟ ਹੈ ਸਰਟੀਫਿਕੇਟਸ ਆਫ ਕਰੈਕਟਰ, ਐਬਿਲਿਟੀ ਐਂਡ ਪਾਸਟ ਐਕਸਪੀਰੀਅੰਸ। ਯੋਗਤਾ ਨਿਰਧਾਰਿਤ ਕਰਦੇ ਸਮੇਂ ਉਮੀਦਵਾਰ ਦੇ ਚਰਿੱਤਰ, ਯੋਗਤਾ ਅਤੇ ਅਨੁਭਵ ਦੇ ਸੰਬੰਧ ਵਿੱਚ ਪਿਛਲੇ ਮਾਲਕ ਯਾਨੀ ਜਿਸ ਕੋਲ ਉਸਨੇ ਕੰਮ ਕੀਤਾ EMPLOYER ਦੁਆਰਾ ਦਿੱਤੇ ਗਏ ਪ੍ਰਮਾਣ ਪੱਤਰਾਂ ਨੂੰ ਵੀ ਮਹੱਤਵ ਦਿੱਤਾ ਜਾਂਦਾ ਹੈ। ਯਾਨੀ ਕਿ ਉਸਦੇ ਕੋਲ ਐਕਸਪੀਰੀਅੰਸ ਕਿੰਨਾ ਹੈ, ਕਿੰਨੇ ਟਾਈਮ ਉਹਨੇ ਕਿਸ ਪੋਸਟ 'ਤੇ ਕੰਮ ਕੀਤਾ ਹੈ, ਤਾਂ ਉਸ ਦੇ ਅਨੁਸਾਰ ਉਸਦੀ ਯੋਗਤਾ ਮਾਪੀ ਜਾ ਸਕਦੀ ਹੈ। ਇੱਕ ਹੋਰ ਤਰੀਕਾ ਹੈ ਉਹ ਹੈ ਪ੍ਰੀਖਿਆਵਾਂ ਯਾਨੀ ਕਿ ਐਗਜ਼ਾਮੀਨੇਸ਼ਨਸ। ਉਮੀਦਵਾਰਾਂ ਦੀਆਂ ਯੋਗਤਾ ਨਿਰਧਾਰਿਤ ਕਰਨ ਦੀ ਸਭ ਤੋਂ ਚੰਗੀ ਵਿਧੀ ਪ੍ਰੀਖਿਆਵਾਂ ਨੇ। ਐਗਜ਼ਾਮ ਲੈਣਾ, ਐਂਟਰੈਂਸ ਐਗਜ਼ਾਮ ਜਿਹਨੂੰ ਕਹਿ ਸਕਦੇ ਹੋ, ਜਾਂ ਕੰਪੀਟੀਟਿਵ ਐਗਜ਼ਾਮੀਨੇਸ਼ਨਸ। ਆਧੁਨਿਕ ਲੋਕਤੰਤਰੀ ਰਾਜਾਂ ਵਿੱਚ ਜ਼ਿਆਦਾਤਰ ਅਸੈਨਿਕ ਸੇਵਾਵਾਂ ਵਿੱਚ ਭਰਤੀ ਲਈ ਉਪਯੋਗੀ ਪ੍ਰੀਖਿਆਵਾਂ ਯਾਨੀ ਕੰਪੀਟੀਟਿਵ ਐਗਜ਼ਾਮੀਨੇਸ਼ਨ ਸੰਚਾਲਿਤ ਕੀਤੀਆਂ ਜਾਂਦੀਆਂ ਹਨ। ਇਹ ਪ੍ਰੀਖਿਆਵਾਂ ਕਈ ਤਰ੍ਹਾਂ ਦੀਆਂ ਹੋ ਸਕਦੀਆਂ ਹਨ, ਜਿਨ੍ਹਾਂ ਵਿੱਚ ਲਿਖਤੀ ਯਾਨੀ ਕਿ ਰਿਟਨ ਟੈਸਟ, ਮੌਖਿਕ ਯਾਨੀ ਕਿ ਜ਼ੁਬਾਨੀ ਔਰਲ ਐਗਜ਼ਾਮੀਨੇਸ਼ਨਸ, ਇੰਟਰਵਿਊ ਜਿਹਨੂੰ ਕਹਿ ਸਕਦੇ ਹੋ, ਯੋਗਤਾ ਪ੍ਰਦਰਸ਼ਨ ਯਾਨੀ ਕਿ ਪਰਫਾਰਮੈਂਸ ਡੈਮੋਸਟ੍ਰੇਸ਼ਨਸ ਹੁੰਦੀਆਂ ਨੇ, ਜਾਂ ਸਿੱਖਿਆ ਅਤੇ ਅਨੁਭਵ ਦੀ ਜਾਂਚ ਯਾਨੀ ਇਵੈਲੂਏਸ਼ਨ ਆਫ ਐਜੂਕੇਸ਼ਨ ਐਂਡ ਐਕਸਪੀਰੀਅੰਸ। ਤਾਂ ਇਸ ਤਰ੍ਹਾਂ ਨਾਲ ਵੀ ਇਹਨਾਂ ਦੀ ਜਿਹੜੀ ਯੋਗਤਾ ਨਿਰਧਾਰਿਤ ਜਿਹੜੀ ਹੈ ਉਹ ਬੇਟੇ ਕੀਤੀ ਜਾ ਸਕਦੀ ਹੈ। ਯੋਗਤਾ ਨਿਰਧਾਰਿਤ ਕਰਨ ਵਾਲੀ ਪ੍ਰਸ਼ਾਸਨਿਕ ਮਸ਼ੀਨਰੀ, ਐਡਮਿਨਿਸਟ੍ਰੇਟਿਵ ਮਸ਼ੀਨਰੀ ਫॉर ਦਾ ਡਿਟਰਮੀਨੇਸ਼ਨ ਆਫ ਕੁਆਲੀਫਿਕੇਸ਼ਨਸ। ਲੋਕ ਸੇਵਕਾਂ ਦੀ ਭਰਤੀ ਦੇ ਸੰਬੰਧ ਵਿੱਚ ਅੰਤਿਮ ਸਮੱਸਿਆ ਜਿਹੜੀ ਆਉਂਦੀ ਹੈ ਉਹ ਹੈ ਯੋਗਤਾ ਨਿਰਧਾਰਿਤ ਕਰਨ ਵਾਲੀ ਪ੍ਰਸ਼ਾਸਨਿਕ ਮਸ਼ੀਨਰੀ। ਇਹ ਆਮ ਤੌਰ 'ਤੇ ਸਵੀਕਾਰ ਕੀਤਾ ਜਾਂਦਾ ਹੈ ਕਿ ਭਿੰਨ ਪ੍ਰਕਾਰ ਦੀਆਂ ਪ੍ਰੀਖਿਆਵਾਂ ਲੈਣ ਲਈ ਪ੍ਰਸ਼ਾਸਨਿਕ ਮਸ਼ੀਨਰੀ ਅਜਿਹੀ ਹੋਵੇ ਜਿਹੜੀ ਸੁਤੰਤਰਤਾ ਅਤੇ ਨਿਰਪੱਖ ਰੂਪ ਵਿੱਚ
ਯੋਗ ਵਿਅਕਤੀਆਂ ਦੀ ਚੋਣ ਕਰ ਸਕੇ। ਕਿਉਂਕਿ ਜਿਹੜੀ ਰਿਕਰੂਟਮੈਂਟ ਹੈ ਅਗਰ ਕਿਸ ਵੀ ਡਿਪਾਰਟਮੈਂਟ ਲਈ ਕੀਤੀ ਜਾ ਰਹੀ ਉਹਦੇ ਲਈ ਜੋ ਜ਼ਰੂਰਤ ਹੈ ਅਗਰ ਉਹ ਯੋਗ ਵਿਅਕਤੀਆਂ ਦੀ ਚੋਣ ਨਹੀਂ ਹੋਏਗੀ ਤਾਂ ਫਿਰ ਬੜੀ ਮੁਸ਼ਕਲ ਹੋਏਗੀ। ਅਜਿਹੀ ਮਸ਼ੀਨਰੀ ਤੇ ਕਿਸੇ ਵੀ ਪ੍ਰਕਾਰ ਦਾ ਰਾਜਨੀਤਿਕ ਦਬਾਅ ਨਹੀਂ ਹੋਣਾ ਚਾਹੀਦਾ ਅਤੇ ਇਸ ਦੇ ਮੈਂਬਰ ਯੋਗਤਾ ਅਤੇ ਅਨੁਭਵੀ ਵਿਅਕਤੀ ਹੋਣੇ ਚਾਹੀਦੇ ਨੇ, ਯਾਨੀ ਕਿ ਉਹਨਾਂ ਦੀ ਯੋਗਤਾ ਜਾਂਚਣ ਦੀ ਉਹਨਾਂ 'ਚ ਖੁਦ ਵਿੱਚ ਯੋਗਤਾ ਹੋਵੇ। ਹੁਣ ਰਿਕਰੂਟ ਬੰਦੇ ਕੀਤੇ ਜਾ ਰਹੇ ਨੇ, ਕਿਸ ਬੰਦੇ 'ਚ ਯੋਗਤਾ ਹੈ ਨਹੀਂ ਹੈ, ਅਗਰ ਰੱਖਣ ਵਾਲੇ ਇਹ ਜਾਂਚਣ ਦੇ ਖੁਦ ਯੋਗ ਨਹੀਂ ਤਾਂ ਫਿਰ ਇੱਕ ਹੋਰ ਸਮੱਸਿਆ। ਅੱਜ ਕੱਲ੍ਹ ਇਹ ਪ੍ਰਸ਼ਾਸਨਿਕ ਮਸ਼ੀਨਰੀ ਲੋਕ ਸੇਵਾ ਆਯੋਗ ਦੇ ਨਾਂ ਨਾਲ ਮਸ਼ਹੂਰ ਹੈ। ਸਾਡੇ ਦੇਸ਼ ਦੀ ਗੱਲ ਹੈ। ਭਾਰਤ ਵਿੱਚ ਸਰਵ ਭਾਰਤੀ ਅਤੇ ਕੇਂਦਰੀ ਸੇਵਾਵਾਂ ਦੇ ਲਈ ਯੋਗ ਉਮੀਦਵਾਰ ਛਾਂਟਣ ਦਾ ਕਾਰਜ ਸੰਘੀ ਲੋਕ ਸੇਵਾ ਆਯੋਗ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੂੰ ਸੌਂਪਿਆ ਗਿਆ ਹੈ। ਸੰਘੀ ਲੋਕ ਸੇਵਾ ਆਯੋਗ ਅਤੇ ਰਾਜ ਲੋਕ ਸੇਵਾ ਆਯੋਗ ਦੇ ਸੰਬੰਧ ਵਿੱਚ ਭਾਰਤ ਦੇ ਸੰਵਿਧਾਨ ਵਿੱਚ ਉਚਿਤ ਵਿਵਸਥਾਵਾਂ ਕੀਤੀਆਂ ਗਈਆਂ ਹਨ ਤਾਂ ਕਿ ਜਿਹੜੇ ਇਹ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਜੋ ਮੈਂਬਰਸ ਨੇ ਔਰ ਜੋ ਇਹ ਕਮੇਟੀ ਹੁੰਦੀ ਹੈ ਉਹਨਾਂ ਦੇ ਉੱਤੇ ਕਿਸੇ ਵੀ ਪੋਲੀਟੀਕਲ ਕਾਰਜਪਾਲਿਕਾ ਦਾ ਜਾਂ ਕਿਸੇ ਵੀ ਪ੍ਰਭਾਵਸ਼ਾਲੀ ਸੰਸਥਾ ਜਾਂ ਵਿਅਕਤੀ ਦਾ ਦਬਾਅ ਨਾ ਹੋਵੇ ਔਰ ਬਿਨਾਂ ਦਬਾਅ ਤੋਂ ਯੋਗਤਾ ਦੇ ਆਧਾਰ 'ਤੇ ਜ਼ਰੂਰਤ ਦੇ ਆਧਾਰ 'ਤੇ ਦੇਸ਼ ਦੀ ਹਿੱਤ ਵਿੱਚ ਕੰਮ ਕਰਨ ਵਾਲੇ ਬਿਊਰੋਕਰੈਟਸ ਨੂੰ ਭਰਤੀ ਕੀਤਾ ਜਾ ਸਕੇ। ਤਾਂ ਇਹ ਹੈ ਸਾਡਾ ਟੌਪਿਕ, ਨੌਕਰਸ਼ਾਹੀ ਜਾਂ ਲੋਕ ਸੇਵਕਾਂ ਦੀ ਭਰਤੀ ਔਰ ਭਰਤੀ ਦੀਆਂ ਸਮੱਸਿਆਵਾਂ ਯਾਨੀ ਕਿ ਪ੍ਰੋਬਲਮਸ ਆਫ ਰਿਕਰੂਟਮੈਂਟ। ਉਮੀਦ ਕਰਦਾ ਬੇਟੇ ਸਾਰਿਆਂ ਨੂੰ ਇਹ ਸਮਝ ਆ ਗਿਆ ਹੋਏਗਾ। ਤਾਂ ਜ਼ਰੂਰ ਮੈਂ ਐਂਡ 'ਤੇ ਕਹਿਣਾ ਚਾਹਾਂਗਾ ਜਿਸ ਨੂੰ ਵੀ ਇਹ ਵੀਡੀਓ ਅੱਛੀ ਲੱਗੇ ਉਹ ਜ਼ਰੂਰ ਇਸ ਨੂੰ ਲਾਈਕ ਕਰੇ ਔਰ ਆਪਦੇ ਦੋਸਤਾਂ ਨਾਲ ਸ਼ੇਅਰ ਕਰੇ। ਅਗਰ ਕੋਈ ਅੱਛੀ ਗੱਲ ਨਹੀਂ ਲੱਗੀ ਵਿੱਚ ਜਾਂ ਕੋਈ ਕਮੀ ਰਹਿ ਗਈ ਉਸਨੂੰ ਕਮੈਂਟ ਦੇ ਵਿੱਚ ਸ਼ੇਅਰ ਕੀਤਾ ਜਾਵੇ, ਕਮੈਂਟ 'ਚ ਲਿਖ ਕੇ ਦੱਸੋ ਔਰ ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਮਿਲ ਸਕਣ। ਥੈਂਕ ਯੂ।